कनीज़ नामी खातून जिसके साथ उसी का शोहर अपने दोस्तों को लेकर गैंग रेप करता है और उसके बाद उसको काट दिया जाता है, उसके टुकड़े किए जाते हैं और टुकड़े करने के बाद उसको जला दिया जाता है। ਉਹ ਜਦੋਂ ਲੈ ਗਿਆ ਉਸ ਤੋਂ ਬਾਅਦ ਉਹਨੇ ਇੱਕ ਆਦਾ ਭਾਣਜਾ ਤੇ ਦੋ ਹੋਰ ਦੋਸਤ ਬੁਲਾਏ ਸਨ। ਪਹਿਲੇ ਉਹਨਾਂ ਜ਼ਿਆਦਤੀ ਕੀਤੀ, ਜ਼ਿਆਦਤੀ ਤੋਂ ਬਾਅਦ ਉਹਨੂੰ ਮਾਰਿਆ, ਮਾਰਨ ਤੋਂ ਬਾਅਦ ਕੱਟਣ ਤੋਂ ਬਾਅਦ ਉਹਨਾਂ ਜਲਾ ਦਿੱਤਾ ਹੈ। ਅਸੀਂ ਮੌਕੇ ਤੇ ਪਹੁੰਚੇ, ਅਸੀਂ ਜਲਦੀ ਵੇਖੀ जिस टाइम पहुंचे की मामला सी? ਉਦੋਂ ਥੋੜੀ ਜਿਹੀ ਰਹਿ ਗਈ ਸੀ ਡੈਡ ਬਾਡੀ ਜਿਹੜੀ ਹੈ ਨਾ ਉਹ ਬਚੀ ਨਹੀਂ, ਕਿਉਂਕਿ ਚੰਦ ਹੱਡੀਆਂ ਬਚੀਆਂ ਨੇ। ਨਾ ਕੋਈ ਜਨਾਜ਼ਾ ਹੋਇਆ ਹੈ, ਨਾ ਕੋਈ ਖਫਨ, ਨਾ ਕੋਈ ਕਬਰ, ਕੋਈ ਚੀਜ਼ नहीं, दुनिया का कोई उनका ना ही ख़त्म हो गया। उन लोगों ने बताया तुम्हारी मम्मा जल गया, उन लोग को बचा लो। मम्मा की याद आती है? हाँ प्यार करती थी मम्मा? हाँ। अस्सलाम वालेकुम नाजरीन, मैं हूँ आपका होस्ट अजीज़ चौधरी। आप देख रहे हैं ग्लोबल मीडिया नेटवर्क। नाजरीन, मोहब्बत की शादी और उसका अंजाम। आए दिन सोशल मीडिया पे ऐसे वाक़यात नशर होते हैं, लेकिन हमारी आवाम समझ से बाला तर है कि इनको कब समझ आएगी कि जितनी भी मोहब्बत की शादियाँ होती हैं तकरीबन 99% जो है ना वो नाकाम होती हैं। पहले सब्ज़ बाग दिखाए जाते हैं, बाद में जब शादी हो जाती है उसके बाद फिर टोटल मामला ही बरअक्स होता है। फिर वही लड़ाइयाँ झगड़े, कभी खामंद अपनी वाइफ को मार देता है तो कभी जो वाइफ होती है वो अपने खामंद को मरवा देती है। कनीज़ नामी खातून जो मोहब्बत की शादी की भीड़ चढ़ गई, जिसके साथ उसी का शोहर अपने दोस्तों को लेकर गैंग रेप करता है और उसके बाद उसको काट दिया जाता है, उसके टुकड़े किए जाते हैं और टुकड़े करने के बाद उसको जला दिया जाता है। क़यामत खेज़ मनाज़र होंगे उस वक़्त। कनीज़ की बच्ची मेरे साथ मौजूद है और मकतूला कनीज़ का भाई मेरे साथ मौजूद है। इनसे बात करते हैं कि आखिर इतना क्या मामला हो गया कि कनीज़ को इतनी दर्दनाक मौत मिली। अस्सलाम वालेकुम। वालेकुम अस्सलाम। कैसे हैं भाई? ठीक, अल्लाह का भाई अपना नाम बताइएगा। शुक्र। नदीम। अच्छा नदीम भाई, ਤੁਸੀਂ ਮੈਨੂੰ ਇਹ ਦੱਸੋ ਤੁਹਾਡੀ ਸਿਸਟਰ ਦੀ ਸ਼ਾਦੀ ਨੂੰ ਕਿੰਨਾ ਟਾਈਮ ਹੋ ਗਿਆ ਸੀ? ਇਹ ਹੋ ਗਿਆ ਕਿ ਇਹਨਾਂ ਨਾਲ ਆਸ਼ਰਮ ਨਾਲ 3 ਸਾਲ ਦਾ ਰੌਣ ਬੌਣ। 3 ਸਾਲ। ਪਹਿਲੀ ਸ਼ਾਦੀ ਸੀ? ਦੂਸਰੀ ਸ਼ਾਦੀ ਸੀ। ਬਹੁਤ ਹੋ ਗਏ। ਅੱਛਾ, ਪਹਿਲਾ ਖਾਮਨ ਫੌਤ ਹੋ ਗਿਆ। ਇਹ ਬੱਚੀ ਪਹਿਲੇ ਖਾਮਨ ਚੋਂ ਹੈ? 5 ਬੱਚੇ ਨੇ ਪਹਿਲੇ ਖਾਵਾਂ ਦੇ ਚ, 2 ਬੱਚੀਆਂ 3 ਬੱਚੇ। 5 ਬੱਚੇ ਪਹਿਲੇ ਖਾਮਨ ਚੋਂ? ਹਾਂ, ਅਸ਼ਰਫ ਚ ਨਹੀਂ ਹੈ। दूसरे खामन चो यानी कि कोई नहीं। पसंद दी शादी सी? ਪਸੰਦ ਹੈ। जिस टाइम उन्हें शादी की ਤੁਹਾਨੂੰ ਉਹਨੇ ਇਸ ਚੀਜ਼ से रजामंदी ਤੁਹਾਡੀ ਲਈ? ਨਹੀਂ, ਅਦਾਲਤ ਚ ਕੀਤੀ। ਯਾਨੀ ਕਿ ਕੋਰਟ ਮੈਰਿਜ ਕੀਤੀ। ਉਸ ਤੋਂ ਬਾਅਦ ਤੁਸੀਂ ਉਹਦੇ ਨਾਲ ਗੱਲਬਾਤ ਕੀਤੀ? ਮਾਮਲਾ ਚੱਲਦਾ ਰਿਹਾ, ਲੇਕਿਨ ਉਹ 2-3 ਮਹੀਨੇ ਰਹੇ ਨੇ ਦੀਪਾਲਪੁਰ ਕਿਰਾਏ ਤੇ ਮਕਾਨ ਰੱਖਿਆ। ਬਾਅਦ ਇਹ ਫਿਰ ਸਾਡੇ ਕੋਲ ਆ ਗਈ। ਬੱਚਾ ਕੋਲ ਰਹਿੰਦੀ ਸੀ, ਉਹ ਆਦੇ ਬੱਚਾ ਕੋਲ ਰਹਿੰਦਾ ਸੀ। ਉਹਦੀ ਵੀ ਸ਼ਾਦੀ ਦੂਸਰੀ ਹੈ। ਉਹ ਕਦੀ ਇੱਧਰ ਆਇਆ ਸੀ ਦੂਸਰੇ ਬੱਚਿਆਂ ਘਰ ਨਹੀਂ ਕਦੇ ਆਇਆ ਸੀ, ਨਾ ਇਹ ਉੱਧਰ ਕਦੇ ਗਈ ਸੀ। ਹਾਂਜੀ। ਜਿਸ ਟਾਈਮ ਇਹ ਸਾਰਾ ਮਾਮਲਾ ਹੋਇਆ ਜਿਸ ਦਿਨ, ਉਸ ਤੋਂ ਪਹਿਲੇ ਕੋਈ ਲੜਾਈ ਹੋਈ ਜਾਂ ਕੋਈ? ਖਾਸ ਕੋਈ ਲੜਾਈ ਨਹੀਂ ਹੈ, ਕੋਈ ਲੜਾਈ ਖਾਸ ਨਹੀਂ ਹੈ, ਕਿਸੇ ਤਰ੍ਹਾਂ ਦੀ ਲੜਾਈ ਨਹੀਂ ਹੈ। ਪਹਿਲਾ ਖਾਮਦ ਕਿਸ ਤਰ੍ਹਾਂ ਫੌਤ ਹੋਇਆ ਸੀ? ਉਹ ਅਟੈਕ ਹੋਇਆ ਸੀ, ਵੈਸੇ ਉਹਨੂੰ ਦਿਲ ਦਾ ਮਸਲਾ ਸੀ, ਵਾਲ ਬੰਦ ਸਨ ਹੁੰਦੇ। ਉਹ ਅੱਲਾ ਦੀ ਰਜ਼ਾ ਨਾਲ ਫੌਤ ਹੋਇਆ। ਦੂਸਰਾ ਬੰਦਾ ਕੀ ਕਰਦਾ ਸੀ? ਪਹਿਲਾ ਕਿ ਅਸ਼ਰਫ? ਦੂਸਰਾ ਅਸ਼ਰਫ ਹੈ ਜਿਹੜਾ ਅਸ਼ਰਫ ਉਹ ਕਰਦਾ ਸੀ ਦਿਹਾੜੀ ਵਗੈਰਾ, ਯਾਨੀ ਕਿ ਠੇਕੇ ਵਗੈਰਾ, ਮੋਗੇ ਵਾਲੀ ਫੈਕਟਰੀ ਸੀਮੈਂਟ ਦੇ ਇਹ ਕੰਮ ਕਰਦਾ ਸੀ, ਸਲੇਪ ਵਾਲੀ ਫੈਕਟਰੀ 'ਚ। ਯਾਨੀ ਕਿ ਅੱਛਾ ਖਾਸਾ ਕਮਾਉਂਦਾ ਸੀ? ਹਾਂ, ਠੀਕ ਸੀ, ਨੈਟਵਰਕ ਉਹਦਾ। ਡੰਗਰ ਵਗੈਰਾ ਸਨ ਘਰੇ, ਇਹ ਉਹ ਰਕਬਾ ਠੇਕੇ ਤੇ ਪਾਉਂਦੇ ਸੀ, ਨੈਟਵਰਕ ਠੀਕ ਸੀ ਹੁੰਦਾ। ਤੇ ਫਿਰ ਕੀ ਇੰਨਾ ਮਾਮਲਾ ਹੋਇਆ ਕਿ ਇੰਨੀ ਦਰਦਨਾਕ ਮੌਤ ਤੁਹਾਡੀ ਭੈਣ ਨੂੰ ਦਿੱਤੀ ਗਈ? ਬਸ ਇਹ ਨਹੀਂ ਸਮਝ ਆ ਰਹੀ ਕਿ ਬਿਲਕੁਲ ਠੀਕ ਸੀ। ਰਾਤੀ 10 ਵਜੇ ਲੈ ਗਿਆ ਉਹਨੂੰ ਘਰੋਂ। ਇਹਨੇ ਫ਼ੋਨ ਕਰ ਉਹਨੂੰ ਬੁਲਾਇਆ, ਲੇਕਿਨ ਸਵੇਰ 5 ਵਜੇ ਪਤਾ ਚੱਲਿਆ ਕਿ ਉਹ ਫੌਤ ਹੋ ਗਈ ਹੈ। ਬਾਅਦ ਪਤਾ ਚੱਲਿਆ ਕਿ ਉਹ ਜਲ ਵੀ ਗਈ ਸਾਰੀ। ਇਨ ਅਸ਼ਰਫ ਹੈ, ਇੱਕ ਅਸ਼ਰਫ ਦਾ ਭਾਣਜਾ ਹੈ। ਜਿਸ ਟਾਈਮ ਉਹਨੇ ਕਾਲ ਕੀਤੀ ਇੱਥੋਂ ਤੁਹਾਡੀ ਸਿਸਟਰ ਗਈ ਹੈ, ਅੱਗੋਂ ਉਹਨਾਂ ਨੂੰ ਰਿਸੀਵ ਕਰਨ ਆਇਆ ਜਾਂ ਕਿ ਉਹਨਾਂ ਦੇ ਠੀਕ ਹੈ, ਨਾਲੋਂ ਨਾਲ ਘਰ ਨੇ, ਯਾਨੀ ਕਿ ਕਰੀਬ ਹੀ ਰਹਿੰਦੇ ਨੇ? ਬਿਲਕੁਲ ਕਰੀਬ ਹਨ, ਵਿੱਚੋਂ 2-3 ਘਰ ਛੋੜਦੇ ਹੈ, ਨਜ਼ਦੀਕ ਹਨ।
ਉਹ ਜਦੋਂ ਲੈ ਗਿਆ ਉਸ ਤੋਂ ਬਾਅਦ ਉਹਨੇ ਇੱਕ ਆਦਾ ਭਾਣਜਾ ਤੇ 2 ਹੋਰ ਦੋਸਤ ਬੁਲਾਏ ਸਨ। ਪਹਿਲੇ ਉਹਨਾਂ ਜ਼ਿਆਦਤੀ ਕੀਤੀ, ਜ਼ਿਆਦਤੀ ਤੋਂ ਬਾਅਦ ਉਹਨੂੰ ਮਾਰਿਆ, ਮਾਰਨ ਤੋਂ ਬਾਅਦ ਕੱਟਣ ਤੋਂ ਬਾਅਦ ਉਹਨਾਂ ਜਲਾ ਦਿੱਤਾ ਹੈ। ਉਹਨੂੰ ਇਹ ਕਿਸ ਤਰ੍ਹਾਂ ਪਤਾ ਚੱਲਿਆ ਕਿ ਉਹਨਾਂ ਨੇ ਉਹਦੇ ਨਾਲ ਜ਼ਿਆਦਤੀ ਕੀਤੀ, ਗੈਂਗ ਰੇਪ ਕੀਤਾ ਹੈ? ਅਸ਼ਰਫ ਨੇ ਆਦੀ ਪਹਿਲੀ ਬੇਗਮ ਨੂੰ ਆ ਤੇ ਦੱਸਿਆ ਕਿ ਮੈਂ ਨਾ ਤੇਰੇ ਰਸਤੇ ਤੋਂ ਕੰਡੇ ਹਟਾ ਦਿੱਤੇ ਨੇ, ਅਸੀਂ ਇਸ ਤਰ੍ਹਾਂ ਕੀਤਾ ਹੈ, ਇਸ ਤਰ੍ਹਾਂ ਕੀਤਾ, ਮਾਰਿਆ ਉਹਨੂੰ ਵੱਢਿਆ ਹੈ। ਯਾਨੀ ਕਿ ਜੋ ਕਾਰਸਤਾਨੀ ਉਹਨੇ ਕੀਤੀ ਰਾਤ ਨੂੰ ਸਾਰੀ ਆਪਣੀ ਬੇਗਮ ਨੂੰ ਆ ਕੇ ਦੱਸ ਦਿੱਤੀ ਪਹਿਲਾਂ। 4 ਵਜੇ ਦਾ ਰੌਂਡ ਉਹਨੇ ਆਦੀ ਬੇਗਮ ਨੂੰ ਦੱਸਿਆ ਹੈ। ਉਹਨੇ ਬੇਗਮ ਨੇ ਫਿਰ ਉੱਠੀ ਉਹਦੇ ਭਾਈ ਨੂੰ ਦੱਸਿਆ, ਅਸ਼ਰਫ ਦੇ ਭਾਈ ਨੂੰ। ਅਸ਼ਰਫ ਦੇ ਭਾਈ ਨੇ ਫਿਰ ਲੰਬਰਦਾਰ ਤੋਂ ਪਿੰਡ ਦਾ ਸੀ ਉਹਨੂੰ ਦੱਸਿਆ, ਉਹਨੇ ਫਿਰ ਪੁਲਿਸ ਬੁਲਾਈ ਹੈ। ਥਾਣਾ ਵੀ ਇਹਨਾਂ ਦੇ ਘਰ ਤੋਂ ਸਿਰਫ ਐਵੇਂ 10 ਕਿੱਲਾਂ ਤੇ ਦੂਰ ਹੈ। ਪਹਿਲੀ ਬੇਗਮ ਚੋਂ ਦੇ ਬੱਚੇ ਐ ਸਨ? ਉਹਦੇ 'ਚ 4-5 ਬੱਚੇ ਹੈਗੇ ਨੇ। ਇੱਕ ਬੱਚਿਆਂ ਵਾਲਾ ਉਹ ਕਿਸ ਤਰ੍ਹਾਂ ਇੰਨਾ ਵੱਡਾ ਜੁਰਮ ਕਰ ਸਕਦਾ? ਬਸ ਹੁਣ ਤੁਹਾਡੇ ਸਾਹਮਣੇ ਸਰ। ਤੁਹਾਡੀ ਸਿਸਟਰ 'ਚ ਕੋਈ ਐਪ ਸੀ? ਨਹੀਂ, ਨਸ਼ੇ ਦਾ ਇਲਜ਼ਾਮ ਲਾ ਰਿਹਾ, ਨਸ਼ੇ ਦਾ ਸਾਬਤ ਕਰ ਦੇਵਣ ਅਸੀਂ ਕੇਸ ਛੱਡ ਦੇਵਾਂਗੇ। ਇੱਕ ਸਾਦਾ ਸਿਰਕਟ ਸਾਬਤ ਕਰ ਦੇਵਣ। ਯਾਨੀ ਕਿ ਕਦੀ ਵੀ ਕੋਈ ਐਸੀ ਨਹੀਂ ਉਹਨਾਂ ਕੀ? ਇਸ ਦਾ ਇਹ ਉਹ ਝੂਠ ਮਾਰੇ, ਕੋਈ ਸਾਦਾ ਸਿਰਕਟ ਸਾਬਤ ਕਰ ਦੇਵਣ ਤੇ ਅਸੀਂ ਜੁਰਮਦਾਰ ਹੈ। ਹਾਂਜੀ। ਤੁਸੀਂ ਜਿਸ ਟਾਈਮ ਤੁਹਾਨੂੰ ਪਤਾ ਚੱਲਿਆ ਕਿ ਸਾਡੀ ਸਿਸਟਰ ਨਾਲ ਇਹ ਸਾਰਾ ਮਾਮਲਾ ਹੋ ਗਿਆ, ਤੁਸੀਂ ਮੌਕੇ ਤੇ ਪਹੁੰਚੇ? ਅਸੀਂ ਮੌਕੇ ਤੇ ਪਹੁੰਚੇ, ਅਸੀਂ ਜਲਦੀ ਵੇਖੀ। ਜਿਸ ਟਾਈਮ ਪਹੁੰਚੇ ਕੀ ਮਾਮਲਾ ਸੀ? ਉਦੋਂ ਥੋੜੀ ਜਿਹੀ ਰਹਿ ਗਈ ਸੀ ਡੈਡ ਬਾਡੀ ਜਿਹੜੀ ਹੈ ਨਾ, ਉਹ ਬਚੀ ਨਹੀਂ, ਕਿਉਂਕਿ ਚੰਦ ਹੱਡੀਆਂ ਬਚੀਆਂ ਨੇ। ਮੁਕੰਮਲ ਹਮੇਸ਼ਾ ਤੋਂ ਆਪਾਂ ਜਲਾਉਂਦੇ ਆ ਨਾ, ਹਿੰਦੂ ਜਲਾਉਂਦੇ ਨੇ, ਠੀਕ ਹੈ, ਲੇਕਿਨ ਉਹ ਢਾਂਚਾ ਪਿਆ ਰਹਿੰਦਾ। ਢਾਂਚਾ ਨਹੀਂ ਸੀ, ਚੰਦ ਇੱਕ ਸਿਰ ਦੀ ਹੈਗੀ, 4-5 ਹੱਡੀਆਂ ਮਿਲੀਆਂ ਨੇ, ਉਹਨੇ ਕੱਟੀ ਜੋ ਹੈਗੀ ਹੈ। ਤੇ ਤੁਸੀਂ ਕਿੰਦੇ ਕਹਿਣ ਤੇ ਉੱਥੇ ਪਹੁੰਚੇ, ਜਾਣੀ ਕਿ ਤੁਹਾਨੂੰ ਕਿੰਨੇ ਦੱਸਿਆ ਕਿ ਤੁਹਾਡੀ ਉੱਥੇ? ਪਿੰਡ ਵਾਲਿਆਂ ਨੇ ਕਾਲ ਕੀਤੀ ਵੀ ਤੁਹਾਡੀ ਫੌਤਗੀ ਹੋ ਗਈ। ਉਹ ਸਾਨੂੰ ਮੌਕੇ ਤੇ ਆ ਕੇ ਪਤਾ ਲੱਗਾ ਵੀ ਉਹ ਜਲਾਈ ਗਈ ਹੈ, ਇਸ ਤਰ੍ਹਾਂ ਵਾਕਿਆ ਹੋਇਆ। ਪਹਿਲੇ ਉਹਨਾਂ ਨੇ ਕਿਹਾ ਵੀ ਫੌਤ ਹੋ ਗਈ ਹੈ, ਇਹ ਨਹੀਂ ਦੱਸਿਆ ਕਿ ਭਈ ਆ ਇੰਨਾ ਮਾਮਲਾ ਪੇਸ਼ ਆ ਗਿਆ ਹੈ। ਸਭ ਤੋਂ ਪਹਿਲੇ ਕੌਣ ਪਹੁੰਚਿਆ ਤੁਹਾਡੇ ਵਿੱਚੋਂ? ਮੈਂ ਵੀ ਪਹੁੰਚਾ, ਮੇਰੇ ਭਾਈ ਵੀ ਪਹੁੰਚੇ ਨੇ, ਮੇਰੀ ਸਿਸਟਰਾਂ ਵੀ ਪਹੁੰਚੀਆਂ ਨੇ, ਅਸੀਂ ਸਾਰੇ ਇਕੱਠੇ ਹੀ ਆਏ ਹਾਂ। ਜਿਸ ਟਾਈਮ ਤੁਸੀਂ ਉਹਨਾਂ ਨੂੰ ਜਲਦਿਆਂ ਨੂੰ ਦੇਖਿਆ, ਕੀ ਮਨਾਜ਼ਰ ਸੀ? ਕੀ ਉਦੋਂ ਤਾਂ ਫਿਰ ਬਹੁਤ ਲੰਮਾ ਔਖਾ ਸੀ, ਬਹੁਤ ਮੁਸ਼ਕਿਲ ਸੀ ਵਕਤ। ਉਦੋਂ ਕੁਝ ਵੀ ਨਹੀਂ ਰਹਿ ਗਿਆ ਸੀ। ਜਦੋਂ ਅਸੀਂ ਪਹੁੰਚੇ ਉਦੋਂ ਕੋਈ ਚੀਜ਼ ਹੀ ਨਹੀਂ ਬਚੀ। ਹਮੇਸ਼ਾ ਤੋਂ ਪਰਾਲੀ ਚੋਂ ਸੱਟੀ, ਪਰਾਲੀ ਨਾਲ ਬੰਦਾ ਕਦੇ ਵੀ ਨਹੀਂ ਸੜਦਾ ਨਾ ਮਰਦਾ। ਚਲੋ ਜਿਸਮ ਉਤਲਾ ਸੜ ਸਕਦਾ, ਲੇਕਿਨ ਹੱਡੀਆਂ ਕਿਵੇਂ ਜਲ ਗਈਆਂ? ਤੁਹਾਨੂੰ ਕੀ ਲੱਗਦਾ ਹੈ ਕਿ ਕੀ ਉਹਨਾਂ ਨੇ ਕੀਤਾ ਉਹਦੇ ਨਾਲ? ਪੈਟਰੋਲ ਦੀਆਂ ਬੋਤਲਾਂ ਉੱਥੇ 2 ਮਿਲੀਆਂ ਨੇ। ਮੈਂ ਉਹਨਾਂ ਨੂੰ ਕਿਹਾ ਕਿ ਇਹ ਸਾਰੇ ਪੈਟਰੋਲ ਤੇ ਡੀਜ਼ਲ ਲੱਗਦਾ। ਉਹ ਕਹਿੰਦੇ ਨਹੀਂ ਇਹ ਪਾਣੀ ਵਾਲੀਆਂ ਖਾਲੀ ਨੇ, ਲੇਕਿਨ ਉਹਨਾਂ ਨੇ ਇੰਨੀ ਉਠਾਈਆਂ। ਉਵੇਂ ਮੈਨੂੰ ਸਮੈਲ ਆ ਰਹੀ ਸੀ ਬੋਤਲਾਂ ਦੇ ਵਿੱਚੋਂ ਨਾ, ਜਲੀਆਂ ਹੋਈਆਂ ਸਨ ਬੋਤਲਾਂ। ਇੱਕ ਬਾਡੀ ਸਪਰੇਅ ਮਿਲਿਆ। ਫਿਰ ਸਾਨੂੰ ਨਿਸ਼ਾਨਦੇਹੀ, ਪਹਿਲੇ ਤਾਂ ਫਿਰ ਮੰਨਦੇ ਹੀ ਨਹੀਂ ਸਨ, ਨਿਸ਼ਾਨਦੇਹੀ ਹੋਈ, ਚੂੜੀਆਂ ਕਨੀਜ਼ ਦੇ ਪਾਈਆਂ ਸਨ 6। ਉਹ ਤਸਵੀਰ ਹੈਗੀ ਸੀ ਚੂੜੀਆਂ ਦੀ, ਚੂੜੀਆਂ ਵੀ ਬਰਾਮਦ ਹੋ ਗਈਆਂ ਮੌਕੇ ਤੋਂ। ਇੱਕ ਜਰਸੀ ਪਾਈ ਹੋਈ ਸੀ, ਜਰਸੀ ਦਾ ਕੱਪੜਾ ਵੀ ਥੋੜ੍ਹਾ ਜਿਹਾ ਬਰਾਮਦ ਹੋ ਗਿਆ, ਉਹ ਵੀ। ਯਾਨੀ ਕਿ ਇਹ ਸੂਰਤ ਆ, ਯਾਨੀ ਕਿ ਚੰਦ ਨਿਸ਼ਾਨੀਆਂ ਬਚੀਆਂ ਜਿੰਦੇ ਤੋਂ ਤੁਹਾਨੂੰ ਪਤਾ ਚੱਲਿਆ ਕਿ ਮੇਰੀ ਭੈਣ ਹੈ। ਜੇ ਨਾ ਕੋਈ ਜਨਾਜ਼ਾ ਹੋਇਆ, ਨਾ ਕੋਈ ਖਫਨ, ਨਾ ਕੋਈ ਕਬਰ, ਕੋਈ ਚੀਜ਼ ਨਹੀਂ ਦੁਨੀਆ ਤੋਂ, ਕੋਈ ਉਹਦਾ ਨਾਂ ਹੀ ਖਤਮ ਹੋ ਗਿਆ। ਯਾਨੀ ਕਿ ਅਸੀਂ ਲੈ ਤਾਂ ਗਏ ਸੀ ਕੋਈ ਚੰਦ ਹੱਡੀਆਂ ਸੁਣ, ਲੇਕਿਨ ਉਹਨਾਂ ਨੇ ਕਿਹਾ ਜੀ ਲਾਹੌਰ ਭੇਜਾਂਗੇ ਪਾਰਸਲ ਕਰਤੇ, ਇਹ ਇੱਥੇ ਨਹੀਂ ਹੋਵੇਗਾ ਕੋਈ ਮਾਮਲਾ। ਤੁਹਾਡੇ ਕਾਤਲ ਨੇ ਜਿਹੜੇ ਤੁਹਾਡੀ ਸਿਸਟਰ ਦੇ ਫੜੇ ਗਏ ਨੇ? ਹਾਂਜੀ, ਉਹ ਫੜੇ ਗਏ ਨੇ। ਉਹਨਾਂ ਨੇ ਪਹਿਲੇ ਹੀ ਸਾਡੇ ਤੋਂ ਫੜ ਲੈਣ, ਬਾਅਦ ਇਹ ਸਾਨੂੰ ਇਤਲਾਹ ਕੀਤੀ ਕਿ ਤੁਹਾਡਾ ਮਾਮਲਾ ਬਣ ਗਿਆ ਹੈ। ਲੇਕਿਨ ਉਹ ਆਰਾਮ ਨਾਲ ਪੈਣ, ਸਕੂਨ ਨਾਲ ਗਦੇਲੇ ਲਾਇਆ, ਉਹਨੂੰ ਬਿਸਤਰ ਲਾਇਆ, ਉਹਨੂੰ ਹਵਾ ਲਾ ਤੇ ਪੈਣ, ਉਹ ਕੋਈ ਕੁਝ ਵੀ ਨਹੀਂ ਕਰ ਰਿਹਾ। ਯਾਨੀ ਕਿ ਤੁਹਾਡੇ ਕਹਿਣ ਦਾ ਮਤਲਬ ਹੈ ਕਿ ਪੁਲਿਸ ਉਹਨਾਂ ਨੂੰ ਪ੍ਰੋਟੋਕਾਲ ਦੇ ਰਹੀ ਕਿ ਹੈ? ਪਹਿਲੇ ਰਵੱਈਆ ਹੋਰ ਸੀ, ਬਾਅਦ ਵਿੱਚ ਨਾਲ ਹੀ ਸੁਬਾਹ ਰਵੱਈਆ ਚੇਂਜ ਹੋ ਗਿਆ। ਯਾਨੀ ਕਿ ਐਸਐਚਓ ਸਾਹਿਬ ਦੀ ਤੌਫੀਕ ਨਹੀਂ ਹੋਈ ਕਿ ਅਸੀਂ ਬੱਚਿਆਂ ਨੂੰ ਪੁੱਛੀਏ ਜਾਂ ਉਹਦੇ ਕੋਲ ਬੁਲਾ ਤੇ ਪੁੱਛੀਏ ਵੀ ਤੁਸੀਂ ਕੀ ਚਾਹੁੰਦੇ ਜੇ, ਕੀ ਕਰਨਾ ਜੇ। ਉਹਨਾਂ ਨੇ ਇਹ ਮਾਮਲਾਤ ਹੀ ਨਹੀਂ ਯਾਨੀ ਕਿ ਤੁਹਾਨੂੰ ਨਹੀਂ ਬੁਲਾਇਆ ਗਿਆ ਪੁਲਿਸ ਦੀ ਤਰਫੋਂ? ਨਹੀਂ ਬੁਲਾਇਆ ਗਿਆ। ਉਸ ਤੋਂ ਬਾਅਦ ਆਏ ਨੇ ਉਹਨਾਂ ਦਾ ਅਫਸਰ ਆਇਆ ਚੈਕਿੰਗ ਵਾਸਤੇ, 3 ਕਿੱਲੇ ਦੂਰ ਖੜਾ ਰਹੀ ਹੈ। ਤੁਸੀਂ ਖੁਦ ਥਾਣੇ ਗਏ ਹੋ? ਉਹ ਥਾਣੇ ਕੋ ਲੀਡ ਕਰ ਰਹੀ ਹੈ। ਕੀ ਤੁਹਾਡੇ ਨਾਲ ਉਹਨਾਂ ਨੇ ਸਲੂਕ ਕੀਤਾ? ਸਲੂਕ ਕੀਤਾ, ਪਹਿਲੇ ਦਿਨ ਬਹੁਤ ਅੱਛਾ ਸੀ, ਬਹੁਤ ਅੱਛਾ ਰਿਪੋਰਟ ਸੀ। ਉਸ ਤੋਂ ਬਾਅਦ ਚੇਂਜ ਹੋ ਗਿਆ ਦਸਤੀ। ਕੀ ਕਹਿੰਦੇ ਨੇ ਪੁਲਿਸ ਵਾਲੇ? ਹੁਣ ਉਹ ਜੀ ਨਸ਼ਾ ਕਰਦੀ ਸੀ, ਕਨੀਜ਼ ਆਈਸ ਪੀ ਰਹੀ ਸੀ। ਇਸ ਤੋਂ ਬਾਅਦ ਜੀ ਉਹ ਝੂਪੜੀ ਨੂੰ ਅੱਗ ਲੱਗੀ ਤੇ ਜਾਗ ਲੱਗਣ ਨਾਲ ਸੜ ਗਈ। ਜਦੋਂ ਇਹ ਹੈਗੇ ਸਨ 4, ਇਹ ਕਿਉਂ ਨਹੀਂ ਸੜੇ? ਉਨੀ ਸੜਨਾ ਸੀ। ਉੱਥੇ ਕੋਈ ਝੌਂਪੜੀ ਬਣੀ ਹੋਈ ਸੀ? ਆ ਕੇ ਜੀ ਝੂਪੜੀ ਬਣੀ ਸੀ, ਅਸ਼ਰਫ ਦੇ ਬਿਆਨ ਹੈ ਨਾ ਜੀ। ਅਸੀਂ ਤਾਂ ਗਏ ਨਹੀਂ, ਇਸ ਤੋਂ ਹੁਣ ਵੇਖੀ ਦਾ ਘਰ ਤੋਂ ਅਸ਼ਰਫ ਦੇ ਤੇ ਕਨੀਜ਼ ਦੇ ਘਰ ਤੋਂ ਕੋਈ 10 ਏਕੜ ਦੂਰ ਹੈ। ਤੁਹਾਨੂੰ ਕੀ ਲੱਗਦਾ ਹੈ ਕਿ ਪੁਲਿਸ ਨੇ ਪੈਸੇ ਲੈ ਲਏ ਨੇ? ਜ਼ਹਿਰੀ ਗੱਲ ਹੈ, ਹੁਣ ਬਿਆਨ ਹੀ ਨਹੀਂ। ਜਦੋਂ ਸਾਡੇ ਨਾਲ ਉਹਨਾਂ ਨੂੰ ਸਾਥ ਦੇਣਾ ਚਾਹੀਦਾ ਹੈ ਕਿ ਮੁਲਜ਼ਮਾਂ ਨਾਲ ਦੇਣਾ ਚਾਹੀਦਾ ਹੈ। ਤਸ਼ਵੀਸ਼ ਕਰਨ, ਉਹਨਾਂ ਨੂੰ ਕੋਈ ਗੱਲਬਾਤ ਪੁੱਛਣ, ਸਕੂਨ ਨਾਲ ਪੈਣ, ਸਿਰਕਟਾ ਲਾ ਤੇ ਸਕੂन ਨਾਲ आराम फरमा रहा है। नाज़रीन, मकतूला कनीज़ की बेटी मेरे साथ मौजूद है, उससे बात करने की कोशिश करते हैं क्योंकि ये बच्चे मासूम होते हैं। इस बच्ची ने अपनी वालदा को खुद आग में जलते देखा है। जब इतनी सी छोटी बच्ची के सामने ऐसे मनाजर हों कि उसकी वालदा उसके सामने जल रही हो, तो सोचें कि उसकी लाइफ पे
क्या असर पड़ेगा? क्या सारी ज़िंदगी वो भूल पाएगी? बेटा क्या हाल है? ठीक। नाम क्या आपका? जमीला। अपनी मामा को जलते देखा आपने? यस, मैंने देखा है। उस वक़्त आपको क्या महसूस हुआ? क्या रोई आप? यस, मैं रोई तो बहुत महसूस हुआ, बहुत ज़्यादा महसूस हुआ। आपने आवाज़ें नहीं लगाई कि मेरी मम्मा को बचा लो? वलाए वो बहुत दूर थे, कोई सुन भी नहीं रहा था, इसलिए। आपको कैसे पता चला कि मेरी मम्मा की लाश जल रही है? उन लोगों ने बताया था, बाहर वाले। हमसायों ने बताया? हाँ, उन्होंने क्या बताया आपको? उन लोगों ने बताया तुम्हारी मम्मा जल गई और उन लोग को बचा लो। फिर आप भाग के गई? हाँ मम्मा की याद आती है? हाँ प्यार करती थी मम्मा? हाँ, करती थी, बहुत करती थी। अब क्या चाहते हो आप? मीडिया पे आए हो तो क्या आपका, हम यही चाहते हैं इंसाफ हम लोग को मिल जाए। आपको इंसाफ चाहिए? हाँ, किस तरह का इंसाफ चाहिए? कैसे मेरी मम्मा को जलाया वैसे उन लोग को जलाया जाए। वैसे ही उन लोगों को जलाया जाए। हाँ, ਤੁਸੀਂ ਹੁਣ ਮੈਨੂੰ ਇਹ ਦੱਸੋ ਭਾਈ ਕਿ ਪੁਲਿਸ ਵਾਲੇ ਕੋਈ ਤੁਹਾਡੇ ਕੋਲੋਂ ਕੋਈ ਰਿਕੁਆਇਰਮੈਂਟ ਉਹਨਾਂ ਦੀ ਹੈਗੀ? ਅਸੀਂ ਕੋਈ ਵੀ ਨਹੀਂ ਲੈਣਾ ਚਾਹੁੰਦੇ, ਸਾਡੀ ਇੱਕ ਹੀ ਰਿਕੁਐਸਟ ਹੈ, ਸਾਡਾ ਕੇਸ ਸੀਸੀ ਦਿੱਤਾ ਜਾਵੇ, ਠੀਕ ਹੈ। ਮਰੀਆ ਨਿਵਾਜ਼ ਅੱਗੇ ਸਾਡੀ ਅਪੀਲ ਹੈ। ਨਹੀਂ ਤੁਹਾਡੇ ਕੋਲੋਂ ਪੁਲਿਸ ਵਾਲਿਆਂ ਕੋਈ ਪੈਸੇ ਮੰਗੇ ਹੋਣ? ਪੈਸੇ ਉਹਨਾਂ ਨੇ ਮੰਗੇ ਸਨ ਲੇਕਿਨ ਅਸੀਂ ਦਿੱਤੇ ਨਹੀਂ। ਜਦੋਂ ਦਰਖਾਸਤ ਲਿਖੀ ਹੈ ਨਾ ਜੀ, ਪਹਿਲੇ ਦਿਨ ਹਸਪਤਾਲ ਗਏ ਹੈ, ਲਿਖਣ ਵਾਲਾ ਜੀ ਉਹਨੇ ਕਿਹਾ ਜੀ 5000 ਰੁਪਏ ਦਿਓ। ਇੰਨੇ ਮੁੰਡੇ ਨੇ ਮੇਰੇ ਭਾਂਜੇ ਨੇ 500 ਦਿੱਤੇ, ਉਹਨੇ ਕਹਿੰਦੇ ਜੀ 1000 ਤੇ ਉਹਨੇ ਕਿਹਾ ਮੈਂ ਲੈਣਾ ਨਹੀਂ, 5 ਲੈਣਾ ਹੈ। ਅਸੀਂ ਨਹੀਂ ਦਿੱਤਾ ਲੇਕਿਨ ਉਹ ਅਖਤਰ ਸਾਹਿਬ ਨੇ ਆਦੇ ਕੋਲੋਂ ਦਿੱਤੇ 5000 ਰੁਪਏ ਉਹਨੂੰ। ਇੱਕ ਪੁਲਿਸ ਵਾਲੇ ਨੇ ਆਪਣੇ ਕੋਲੋਂ ਜੇਬ ਚੋਂ ਪੈਸੇ ਦੇ ਦਿੱਤੇ? ਹਾਂ, ਤੇ ਸਵੇਰ ਫਿਰ ਉਹ ਨਾਲ ਹੀ ਚੇਂਜ ਹੋ ਗਿਆ। ਪਹਿਲੇ ਬਹੁਤ ਅੱਛਾ ਸੀ, ਸਵੇਰ ਨਾਲ ਹੀ ਬਿਆਨੀਆਂ ਹੀ ਚੇਂਜ ਕਰਤਾ ਉਹਨੇ ਕਿਹਾ ਕਨੀਜ਼ ਨਸ਼ਾ ਕਰਦੀ ਸੀ ਤਾਂ ਤੇ ਉਹ ਗੱਲ ਹੋਈ ਨਾ, ਨੇਕੀ ਕਰ ਦਰਿਆ में डाल, वही बात हुई ना। ਚੇਂਜ ਕਰਦੇ ਲੇਕਿਨ ਵਜ਼ੀਰ ਆਲਾ ਅੱਗੇ ਸਾਡੀ ਦਰਖਾਸਤ ਹੈ, ਸਾਡਾ ਕੇਸ ਚੇਂਜ ਕੀਤਾ ਜਾਵੇ, ਸੀਸੀ ਦਿੱਤਾ ਜਾਵੇ ਸਵੇਲ ਚੱਟਾ ਸਾਹਿਬ ਅੱਗੇ। ਅਸੀਂ ਅਪੀਲ ਹੀ ਕਰ ਸਕਨੇ ਹਾਂ ਔਰ ਅਸੀਂ ਇਨਸਾਫ ਚਾਹੁੰਦੇ ਹਾਂ। ਤੁਸੀਂ ਆਪਣੇ ਮੁਲਜ਼ਮਾਂ ਦੇ ਨਾਮ ਦੱਸ ਸਕਦੇ ਹੋ? ਇੱਕ ਦਾ ਨਾਮ ਅਸ਼ਰਫ ਹੈ ਜਿਹੜਾ ਹੈ, ਜਿਹੜਾ ਉਹਦਾ ਖਾਮਨ ਸੀ। ਹਾਂ, ਇੱਕ ਉਹਦਾ ਬਾਣਜਾ ਹੈ ਤੇ 2 ਬੰਦੇ ਹੋਰ ਨੇ। ਉਹਨਾਂ ਦਾ ਕੀ ਨਾਮ ਹੈ? ਕੀ ਨਾਮ ਦਾ ਨਾਂ ਦਾ ਮੈਨੂੰ ਦੋਵਾਂ ਦਾ ਨਹੀਂ ਪਤਾ, ਮੈਂ ਅਸ਼ਰਫ ਨੂੰ ਜਾਣਦਾ। ਉਹਦੇ ਦੋਸਤ ਸਨ? ਉਹ ਦੋਸਤ ਨੇ, ਇੱਕ ਉਹਦਾ ਬਾਣਜਾ ਸੱਕਾ, ਉਹਨੇ ਵੀ ਜ਼ਿਆਦਤੀ ਕੀਤੀ। ਹੁਣ ਤੁਸੀਂ ਵਜ਼ੀਰ ਆਲਾ ਮਰੀਮ ਨਵਾਜ਼ ਸਾਹਿਬਾ ਜੋ ਕਿ ਖੁਦ ਇੱਕ ਔਰਤ ਨੇ, ਉਹਨਾਂ ਦਾ ਕਹਿਣਾ ਹੈ ਕਿ ਅਗਰ ਕਿਸੇ ਔਰਤ ਨਾਲ ਕੋਈ ਜ਼ੁਲਮ ਹੁੰਦਾ ਹੈ ਤੇ 24 ਘੰਟੇ ਦੇ ਅੰਦਰ ਅੰਦਰ ਉਹਦੇ ਤੇ ਐਕਸ਼ਨ ਲਿਆ ਜਾਏਗਾ ਤੇ ਜੋ ਮੁਲਜ਼ਮਾਨ ਹੋਣਗੇ ਉਹਨਾਂ ਨੂੰ ਕੈਫਰੇ ਕਿਰਦਾਰ ਤੱਕ ਪਹੁੰਚਾਇਆ ਜਾਏਗਾ। ਤੁਸੀਂ ਹੁਣ ਮਰੀਮ ਨਵਾਜ਼ ਸਾਹਿਬਾ ਨੂੰ ਕੀ ਕਹਿਣਾ ਚਾਹੁੰਦੇ ਹੋ? ਅਸੀਂ ਰਿਕੁਐਸਟ ਹੀ ਕਰਨਾ ਚਾਹੁੰਦੇ, ਅਪੀਲ ਕਰ ਸਕਨੇ, ਅਸੀਂ ਤਾਂ ਹੋਰ ਕੁਝ ਨਹੀਂ ਕਰ ਸਕਨੇ। ਲੇਕਿਨ ਐਸਐਚਓ ਸਾਹਿਬ ਸਾਡੇ ਨਾਲ ਕੋਈ ਰਵੱਈਆ ਨਹੀਂ, ਕੋਈ ਤਸ਼ੀਸ਼ੀ ਸਾਹਿਬ ਨੇ ਕੋਈ 2 ਦਿਨ ਹੋ ਗਏ ਉਹਨੇ ਕਾਲ ਕਰ ਤੇ ਗੁਵਾਰਾ ਹੀ ਨਹੀਂ ਸਮਝਾ। ਕੱਲ ਡੀਪੀਓ ਦਫ਼ਤਰ ਗਏ, ਉਹਦੀ ਟੀਮ ਨੇ ਅੱਗੋਂ ਮੁਲਾਕਾਤ ਨਹੀਂ ਹੋਣੀ ਤੇ ਉਹਨੇ ਕਿਹਾ ਜੀ ਸਰ ਨਹੀਂ ਹੈਗੇ, ਸਰ ਮੀਟਿੰਗ ਹੈ ਤੇ ਕਿਧਰੇ ਗਏ ਤੇ ਤੁਸੀਂ ਸੁਬਾਹ ਆਉਣਾ ਸੀ, ਕੰਮ 40-45 ਮਿੰਟ ਬਹਿ ਤੇ ਆ ਗਏ। ਤੁਹਾਨੂੰ ਕੀ ਲੱਗਦਾ ਹੈ ਕਿ ਕੇਸ ਦਾ ਰੁਖ ਮੋੜਨ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ, ਉਹਨਾਂ ਨੂੰ ਬਰੀ ਕਰਨ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ? ਪਹਿਲੇ ਦਿਨ ਬਹੁਤ ਕੰਮ ਹੋਤਾ ਸੀ ਲੇਕਿਨ ਹੁਣ ਤਾਂ ਕੋਈ ਪੁੱਛਦਾ ਹੀ ਨਹੀਂ ਪਿਆ ਸਾਨੂੰ ਵੀ ਤੁਸੀਂ ਆਏ ਕਿਉਂ ਨਹੀਂ, ਕਿੱਥੇ ਜੇ, ਕੀ ਤੁਹਾਡੇ ਮਾਮਲਾ ਤੇ ਕੀ ਕਰਨਾ ਜੇ। ਤਸ਼ੀਸ਼ ਸਾਹਿਬ ਫਰਮਾ ਰਿਹਾ ਕਿ ਜੀ ਕੋਈ ਨੰਬਰ ਤੁਹਾਡੇ ਕੋਲ ਹੋਵੇ ਤਾਂ ਉਹ ਸਾਨੂੰ ਦੇ ਦੇਣਾ, ਅਸੀਂ ਫਿਰ ਉਹਦਾ ਕੋਈ ਸ਼ੱਕ ਸ਼ੁਕ ਹੋਵੇ ਤਾਂ ਕੱਢਾਂਗੇ, ਪਤਾ ਪੁਤਾ ਲਵਾਂਗੇ। ਉਹ ਸਾਨੂੰ ਕਹਿ ਰਿਹਾ ਉਲਟਾ ਵੀ ਨੰਬਰ ਲੈ ਤੇ ਦਿਓ। नाज़रीन, हमारी पंजाब पुलिस जिसके बारे में कहा जाता है कि ये मॉडल पुलिस हो गई है, ये बहुत अच्छे काम कर रही है, लोगों को इंसाफ फराहम करने में बहुत बढ़ चढ़ कर काम कर रही है, लेकिन हमारी जो आवाम है वो आज भी हमारी पंजाब पुलिस से मायूस नज़र आती है। हर बंदे का एक ही मौक़िफ़ होता है कि जी हमारा केस सीसीडी को दिया जाए, जबकि ये उनको बोलना चाहिए था कि हमारी पंजाब पुलिस है तो हमें सीसीडी या किसी और इदारे की क्या ज़रूरत थी। ये बहुत खुशाइंद बात है कि सीसीडी इदारा आया, कम अज़ कम लोगों में एक उम्मीद की किरण नज़र आई कि कम अज़ कम अब हमें इंसाफ मिलेगा। हमारी पुलिस जो है उसको भी सोचने की ज़रूरत है, उनके लिए भी एक लम्हा फ़िक्रिया है कि आपकी आवाम ही आपके ख़िलाफ़ है। वज़ीर आला मरीम नवाज़ साहबा से भी अपील है कि इनको इंसाफ दिया जाए, इनके जो कातिल हैं, इनकी ये बच्ची जो है इसकी वालदा के कातिलों को कैफरे किरदार तक पहुंचाया जाए। कमेंट बॉक्स में अपनी राय का इजहार ज़रूर कीजिएगा। इसी के साथ मुझे दीजिए इजाज़त। अल्लाह ने के बाद।